हाँ जी दोस्तों, 1971 ਬਾਰੇ ਬਹੁਤ ਸਾਰੀਆਂ ਜੰਗ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ। ਸਾਡੇ ਚੈਨਲ ਤੇ ਕਾਫੀ ਕਹਾਣੀਆਂ ਨੇ ਜਿਹੜੀਆਂ 1971 ਦੀ ਜੰਗ ਉੱਤੇ ਬਣੀਆਂ ਹੋਈਆਂ ਨੇ। ਪਰ ਅੱਜ ਜਿਹੜੀ ਗੱਲਬਾਤ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹੈਗੀ ਰਤੋਗੇ ਪਿੰਡ ਦੀ, ਜਿਹਦੇ ਕਹਿੰਦੇ ਵੀ ਇੱਕ ਦਰਵਾਜ਼ੇ ਵੀ ਪੱਟ ਕੇ ਲੈ ਗਏ ਸੀ ਪਾਕਿਸਤਾਨੀ। ਉਹ ਕਿਵੇਂ ਪੱਟ ਕੇ ਲੈ ਗਏ ਸੀ ਤੇ ਭਾਰਤੀ ਫੌਜ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਸੀ, ਇਹ ਬਹੁਤ ਹੀ ਦਿਲਚਸਪ ਗੱਲ ਸੁਣਨ ਵਾਲੀ ਹੈ ਮਿੱਤਰੋ। ਇਹ ਸਾਰੀ ਜਿਹੜੀ ਜਾਣਕਾਰੀ ਹੈ ਜੀ, ਇਹ 1971 ਕਹਾਣੀ ਇੱਕ ਜੰਗ ਦੀ ਕਿਤਾਬ ਜੋ ਕਿ ਕਰਨਲ ਬਲਬੀਰ ਸਿੰਘ ਸਰਾ ਉਹਨਾਂ ਨੇ ਲਿਖੀ ਹੋਈ ਹੈ, ਉਹਦੇ ਵਿੱਚ ਦਰਜ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦੱਬ ਦੇਣਾ। ਇਹ ਚਰਚਾ ਨਵੰਬਰ 1971 ਦੇ ਪਿਛਲੇ ਪੱਖ ਵਿੱਚ ਹੈ। ਪਾਕਿਸਤਾਨ ਨੇ ਅਜੇ ਜੰਗ ਦਾ ਐਲਾਨ ਨਹੀਂ ਸੀ ਕੀਤਾ, ਪਰ ਅਸੀਂ ਅਗਾਊਂ ਤਿਆਰੀ ਵਿੱਚ ਪਾਕਿਸਤਾਨ ਵੱਲੋਂ ਜੰਗ ਦੇ ਐਲਾਨ ਤੋਂ ਮਗਰੋਂ ਸਾਡੀ ਜਵਾਬੀ ਕਾਰਵਾਈ ਬਾਰੇ ਵਿਉਂਤ ਕੀਤੀ ਜਾ ਰਹੀ ਸੀ ਤੇ ਦੁਸ਼ਮਣ ਵੱਲੋਂ ਕਿਆਸੇ ਗਏ ਐਕਸ਼ਨਾਂ ਦੇ ਆਪਣੇ ਵੱਲੋਂ ਜਵਾਬ ਸੋਚੇ ਵਿਚਾਰੇ ਜਾ ਰਹੇ ਸਨ। ਪਲਾਨ ਇੱਕ ਤਰੀਕੇ ਨਾਲ ਫਾਈਨਲ ਸੀ। ਇਸ ਵਿੱਚ ਗੋਰਖਾ ਬਟਾਲੀਅਨ ਵੱਲੋਂ ਸੇਜਰਾ ਬਲੱਜ ਉੱਤੇ ਹਮਲਾ ਤੈਅ ਸੀ। ਖੂਫੀਆ ਰਿਪੋਰਟਾਂ ਸਨ ਕਿ ਪਾਕਿਸਤਾਨ ਜਲਦੀ ਹਮਲਾ ਕਰੇਗਾ। ਇੱਧਰ ਹਮਲਾ ਕਰਨ ਵਾਲਾ ਸੀਓ ਕਹਿ ਰਿਹਾ ਸੀ ਵੀ ਇਹ ਪਲਾਨ ਅਮਲ ਕਰਨ ਯੋਗ ਨਹੀਂ ਹੈਗਾ। ਸੋ ਦੋਸਤੋ, ਸੇਜਰਾ ਬਲੱਜ ਇਹ ਇੱਕ ਵੱਟੇ ਹੋਏ ਘਸੁੰਨ ਵਾਂਗ ਭਾਰਤੀ ਹੱਦ ਦੇ ਅੰਦਰ-ਬਾਹਰ ਵਧਿਆ ਹੋਇਆ ਸੀ। ਸੇਜਰਾ ਬਲੱਜ ਦੋਹਾਂ ਦੇਸ਼ਾਂ ਲਈ ਅਹਿਮ ਸੀ। 1965 ਵਿੱਚ ਪਾਕਿਸਤਾਨ ਨੇ ਇੱਥੋਂ ਹੀ ਅੰਦਰ ਘੁਸ ਕੇ ਖੇਮ ਕਰਨ ਤੇ ਹਮਲਾ ਕੀਤਾ ਸੀ। ਪਿੱਛੇ ਸੇਜਰਾ ਪਿੰਡ ਦੀ ਆਬਾਦੀ ਨੇ ਪਾਕਿਸਤਾਨੀ ਰੇਂਜਰਾਂ ਦੀ ਸ਼ਹਿ ਤੇ ਅੰਦਰ ਘੁਸ ਕੇ ਸਾਡੇ ਪਿੰਡਾਂ ਅੰਦਰ ਰੇਡ ਮਾਰ ਕੇ ਲੁੱਟੇ ਸਨ ਪਿੰਡ। ਸੋ ਇਸ ਵਾਰ ਭਾਰਤੀ ਫੌਜ 1965 ਵਾਲੀ ਗੱਲ ਨਹੀਂ ਸੀ ਬਣ ਦੇਣਾ ਚਾਹੁੰਦੀ। ਗੋਰਖਾ ਰਾਈਫਲਸ ਦੇ ਸੀਓ ਕਰਨਲ ਗੁਪਤਾ ਨੇ ਪਲਟਨ ਦੀ ਵਾਗਡੋਰ ਨਾਗਾਲੈਂਡ ਵਿੱਚ ਤੈਨਾਤੀ ਦੌਰਾਨ ਸੰਭਾਲੀ ਸੀ। ਪਲਟਨ ਔਖੇ ਇਲਾਕੇ ਵਿੱਚ 3 ਸਾਲ ਪੂਰੇ ਹੋ ਜਾਣ ਤੇ ਫਿਰੋਜ਼ਪੁਰ ਆਈ। 3 ਸਾਲ ਦੇ ਵਿਛੋੜੇ ਮਗਰੋਂ ਸਾਰੇ ਰੈਂਕਾਂ ਦੀਆਂ ਢੰਬਰੀਆਂ ਆ ਜੁੜੀਆਂ। ਸੀਓ ਦੀ ਪਤਨੀ ਅਤੇ 2 ਛੋਟੇ ਬੇਟੇ ਵੀ ਘਰ ਅਲਾਟ ਹੋ ਜਾਣ ਮਗਰੋਂ ਆ ਜੁੜੇ। ਜਦੋਂ ਸੀਓ ਅਤੇ ਪਲਟਨ ਸੈਟਲ ਹੋ ਜਾਣ ਉਪਰੰਤ ਆਪਣੇ ਜ਼ਿੰਮੇਵਾਰੀ ਦੇ ਇਲਾਕੇ ਅਤੇ ਕੰਮਾਂ ਪ੍ਰਤੀ ਰੁੱਝ ਗਈ, ਸੀਓ ਦੇ ਬੱਚੇ ਸਕੂਲ ਦਾਖਲ ਹੋ ਗਏ। ਇੱਕ ਦਿਨ ਜਦੋਂ ਮਿਸਿਸ ਗੁਪਤਾ, ਸੀਓ ਦੀ ਪਤਨੀ, ਸਵੇਰ ਵੇਲੇ ਬੱਚਿਆਂ ਨੂੰ ਸਕੂਲ ਛੱਡਣ ਲਈ ਆਪਣੀ ਕਾਰ ਵਿੱਚ ਜਾ ਰਹੀ ਸੀ ਤਾਂ ਉਸਨੇ ਇੱਕ ਤਿੱਖਾ ਮੋੜ ਕੱਟਿਆ। ਕਾਰ ਦਾ ਦਰਵਾਜ਼ਾ ਖੁੱਲ੍ਹ ਗਿਆ ਤੇ ਦੋਵੇਂ ਬੱਚੇ ਬਾਹਰ ਡਿੱਗ ਪਏ। ਪਿੱਛੇ ਆ ਰਹੇ ਟਰੱਕ ਨੇ ਦੋਵੇਂ ਦਰੜ ਦਿੱਤੇ, ਦੋਵੇਂ ਮਰ ਗਏ ਵਿਚਾਰੇ। ਕਰਨਲ ਗੁਪਤਾ ਤੇ ਉਸਦੀ ਪਤਨੀ ਦੋਵੇਂ ਉੱਜੜ ਗਏ। ਮਿਸਿਸ ਗੁਪਤਾ ਇਸ ਸਾਰੀ ਘਟਨਾ ਲਈ ਖੁਦ ਨੂੰ ਜ਼ਿੰਮੇਵਾਰ ਮੰਨਦੀ ਸੀ। ਇਸੇ ਵਕਤ ਪਾਕਿਸਤਾਨ ਨਾਲ ਜੰਗ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਸਨ ਅਤੇ ਬਟਾਲੀਅਨ ਨੂੰ ਹਮਲੇ ਦਾ ਕੰਮ ਮਿਲ ਚੁੱਕਾ ਸੀ। ਉੱਪਰਲੇ ਹੈੱਡਕੁਆਟਰਾਂ ਵਿੱਚ ਕਈ ਅਫਸਰ ਐਸਸੀ ਯੂਨਿਟ ਤੋਂ ਜਿਸ ਦਾ ਕਮਾਨ ਅਧਿਕਾਰੀ ਅਜੇ ਨਿੱਜੀ ਦੁੱਖ ਅਤੇ ਗਮ ਤੋਂ ਨਾ ਨਿਕਲਿਆ ਹੋਵੇ, ਉਸ ਨੂੰ ਹਮਲੇ ਦੀ ਡਿਊਟੀ ਦੇਣ ਦੀ ਸਿਆਣਪ ਤੇ ਹੈਰਾਨ ਸਨ। ਡਿਵੀਜ਼ਨ ਦੇ ਜੀਓ ਸੀ ਜੋ ਬਾਈ ਚਾਂਸ ਉਸੇ ਰੈਜੀਮੈਂਟ 5 ਗੋਰਖਾ ਰਾਈਫਲ ਦਾ ਸੀਗਾ। ਉਸਨੇ ਕਰਨਲ ਗੁਪਤਾ ਨੂੰ ਸਹਿਜ ਤਰੀਕੇ ਨਾਲ ਕਿਹਾ ਕਿ ਉਹ ਇਹ ਟਾਸਕ ਕੰਮ ਜੇਕਰ ਸੀਓ ਚਾਹੇ ਤਾਂ ਕਿਸੇ ਹੋਰ ਬਟਾਲੀਅਨ ਨੂੰ ਦੇ ਸਕਦਾ ਹੈ। ਕਰਨਲ ਗੁਪਤਾ ਨੇ ਇਸ ਸੁਝਾਅ ਦਾ ਗੁੱਸਾ ਕੀਤਾ ਤੇ ਆਪਣਾ ਅਤੇ ਆਪਣੇ ਕੀਤੇ ਦਾ ਅਪਮਾਨ ਸਮਝਿਆ। ਉਸਨੇ ਨਿੱਜੀ ਅਤੇ ਬਟਾਲੀਅਨ ਦੇ ਨਾਂ ਉੱਤੇ ਵੀ ਬੁਰਾ ਮਨਾਇਆ। ਉਸਨੇ ਸਾਫ਼ ਕਹਿ ਦਿੱਤਾ ਕਿ ਉਸਦੇ ਨਿੱਜੀ ਦੁੱਖ ਦਾ ਉਸਦੀ ਡਿਊਟੀ ਆਰਮੀ ਅਤੇ ਦੇਸ਼ ਪ੍ਰਤੀ ਕੋਈ ਸਰੋਕਾਰ ਨਹੀਂ ਹੈਗਾ ਅਤੇ ਉਹ ਦਿੱਤੇ ਹੋਏ ਟਾਸਕ ਦੀ ਸਫਲਤਾ ਲਈ ਕੋਈ ਕਸਰ ਨਹੀਂ ਛੱਡੇਗਾ। ਜੀਓਸੀ ਜਵਾਬ ਸੁਣ ਕੇ ਚੁੱਪ ਹੋ ਗਿਆ। ਕਈ ਅਫਸਰ ਫੈਸਲੇ ਉੱਤੇ ਕਿੰਤੂ ਪਰੰਤੂ ਜ਼ਰੂਰ ਕਰਦੇ ਰਹੇ। ਗੋਰਖਾ ਰਾਈਫਲਸ ਬਟਾਲੀਅਨ ਨੇ ਸੇਜਰਾ ਬਲੱਜ ਤੇ ਕਬਜ਼ਾ ਕਰਕੇ ਇਸ ਨੂੰ ਸਿੱਧਾ ਕਰਨਾ ਸੀ। ਪੱਛਮੀ ਕਮਾਂਡ ਵੱਲੋਂ ਸੇਜਰਾ ਹਮਲਾ ਕਰਨਾ ਮਨਜ਼ੂਰੀ ਪ੍ਰਾਪਤ ਸੀ, ਪਰ ਇਸ ਨੇ ਹਮਲਾ ਕਿਵੇਂ ਕਰਨਾ ਹੈ ਇਹ ਫੈਸਲਾ ਕੋਰ ਕਮਾਂਡਰ ਤੇ ਛੱਡਿਆ ਹੋਇਆ ਸੀ। ਪੂਰੀ ਬਰੀਕੀ ਨਾਲ ਕੀਤੀ ਗਈ ਰੈਕੀ ਅਤੇ ਪਲੈਨਿੰਗ, ਜਿਸ ਵਿੱਚ ਮਦਦ ਕਰਨ ਵਾਲੇ ਟਰੂਪਸ, ਤੋਪਖਾਨਾ, ਆਰਮਡ ਕੋਰ, ਹੋਰ ਬਟਾਲੀਅਨ ਜੋ ਸੱਜੇ ਖੱਬੇ ਚੱਲਣੀਆਂ ਸਨ, ਕੋਰ ਆਫ ਸਿਗਨਲਸ, ਇੰਜੀਨੀਅਰਸ, ਬੰਦੋਬਸਤੀ ਯੂਨਿਟਾਂ, ਮੈਡੀਕਲ ਬ੍ਰਾਂਚ ਆਦਿ ਸਾਰੇ ਸ਼ਾਮਲ ਸਨ। ਉਹਨਾਂ ਦੇ ਆਧਾਰ ਤੇ ਫਾਈਨਲ ਵਿਉਂਤ ਤੈਅ ਕੀਤੀ ਗਈ ਸੀ। ਪਰ ਸੀਓ ਗੋਰਖਾ ਰਾਈਫਲਸ ਦਾ ਕਹਿਣਾ ਸੀ ਕਿ ਸਾਰਿਆਂ ਵੱਲੋਂ ਦੁਸ਼ਮਣ ਦੇ ਸਾਹਮਣੇ ਤੋਂ ਕੀਤੀ ਰੈਕੀ ਤੋਂ ਦੁਸ਼ਮਣ ਸਤਰਕ ਚੌਕਸ ਹੋ ਗਿਆ। ਦੁਸ਼ਮਣ ਨੂੰ ਇਹ ਪਤਾ ਤਾਂ ਲੱਗ ਹੀ ਗਿਆ ਕਿ ਹਮਲਾ ਇਸੇ ਸੈਕਟਰ ਵਿੱਚ ਹੋਣਾ ਹੈ। ਉਸ ਨੂੰ ਕੀਤੇ ਜਾਣ ਵਾਲੇ ਹਮਲੇ ਦੀ ਦਿਸ਼ਾ ਆਦਿ ਦਾ ਵੀ ਪਤਾ ਲੱਗ ਚੁੱਕਾ ਹੈ। ਇਸੇ ਯਕੀਨ ਤੇ ਉਸਨੇ ਪਿਛਲੇ 1 ਮਹੀਨੇ ਵਿੱਚ ਬੰਕਰ ਪੱਕੇ ਕਰ ਲਏ ਨੇ। ਬਹੁਤ ਭਾਰੀ ਮੈਨਫੀਲਡ ਵਿਛਾ ਦਿੱਤਾ ਗਿਆ ਹੈ। ਕੰਡਿਆਲੀ ਤਾਰ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਇਸ ਵੇਲੇ ਉਹ ਮਾਈ ਫੀਲਡ ਦੇ ਹੋਮ ਸਾਈਡ ਪਾਕਿਸਤਾਨ ਵਾਲੇ ਪਾਸੇ ਡਿੰਚ ਖੰਦਕ ਪੁੱਟ ਰਿਹਾ ਹੈ। ਇਹ ਮਕੈਨੀਕਲ ਡਿਗਰਸ ਨਾਲ ਹੋ ਰਿਹਾ ਹੈ, ਉਹ ਵੀ ਦਿਨ ਦਿਹਾੜੇ। ਉਸਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਰੇ ਉੱਪਰ ਦੇ ਹੈੱਡਕੁਆਟਰਾਂ ਨੂੰ ਰੋਜ਼ਾਨਾ ਰਿਪੋਰਟਾਂ ਰਾਹੀਂ ਦੇ ਦਿੱਤੀ ਗਈ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੀ ਰਿਪੋਰਟਾਂ ਨੂੰ ਲੜੀ ਵਿੱਚ ਕਿਸੇ ਵੀ ਹੈੱਡਕੁਆਟਰ ਨੇ ਨਹੀਂ ਗੋਲਿਆ। ਦੱਸਣਾ ਬਣਦਾ ਹੈ ਕਿ ਕਰਨਲ ਗੁਪਤਾ ਚੁੱਪ ਰਹਿਣ ਵਾਲਾ ਤੇ ਮਿੱਠ ਬੋਲੜਾ ਸੀਗਾ। ਨਾਲ ਹੀ ਉਹ ਬਦਲੇ ਹਾਲਾਤਾਂ ਤੇ ਉੱਪਰਲਿਆਂ ਸੀਨੀਅਰ ਅਫਸਰਾਂ ਵੱਲੋਂ ਕੀਤੀ ਗਈ ਟੋਕਾ ਟੋਕੀ ਦਬਾਅ ਹੇਠ ਆਉਣ ਵਾਲਾ ਨਹੀਂ ਸੀਗਾ।
ਉਹ ਆਪਣੇ ਨਿੱਜੀ ਦੁੱਖ ਵਿੱਚ ਵੀ ਸ਼ਾਂਤ ਸੀ। ਉਸਨੇ ਆਪਣੀ ਜੀਵਨ ਸਾਥਣ ਨੂੰ ਵੀ ਸਹਾਰਾ, ਪਿਆਰ ਅਤੇ ਦੇਖਭਾਲ ਨਾਲ ਡਿਪਰੈਸ਼ਨ ਚੋਂ ਕੱਢ ਲਿਆਂਦਾ। ਇਹ ਔਖਾ ਸੀ, ਪਰ ਉਸ ਦਾ ਰੱਬ ਅਤੇ ਖੁਦ ਤੇ ਯਕੀਨ ਸੀਗਾ। ਪੂਰੀ ਪਲਟਨ ਵੱਲੋਂ ਉਸ ਨੂੰ ਸਹਿਯੋਗ ਅਤੇ ਸਾਥ ਸੀ। ਸੈਂਡ ਮਾਡਲ ਵਿੱਚ ਚਰਚਾ ਤੋਂ ਇੱਕ ਹਫ਼ਤਾ ਪਹਿਲਾਂ ਜਦੋਂ ਕਰਨਲ ਗੁਪਤਾ ਮੂਹਰਲੇ ਇਲਾਕੇ ਵਿੱਚ ਫਿਰ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਗੁਰਬਾਣੀ ਦੇ ਮਿੱਠੇ ਰਸ ਭਿੰਨੇ ਬੋਲ ਉਸ ਦੀ ਇੱਕ ਕੰਪਨੀ ਦੀ ਪੋਜੀਸ਼ਨ ਦੇ ਨੇੜੇ ਪਿੰਡ ਰਤੋਕੇ ਦੇ ਗੁਰਦੁਆਰੇ 'ਚੋਂ ਆ ਰਿਹਾ ਸੀ। ਆਪਣੇ ਕੰਮ ਤੋਂ ਮਗਰੋਂ ਸੀਓ ਨੇ ਗੁਰਦੁਆਰੇ ਜਾਣ ਦਾ ਮਨ ਬਣਾਇਆ। ਜੁੱਤੀ ਲਾ ਕੇ ਸਿਰ ਢੱਕ ਕੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਇਆ। ਚੌਂਕੜਾ ਮਾਰ ਕੇ ਚੁੱਪਚਾਪ ਬਾਣੀ ਸੁਣ ਕੇ ਗ੍ਰੰਥੀ ਦੀ ਅਰਦਾਸ ਸੁਣੀ ਉਹਨੇ। 15 ਮਿੰਟਾਂ ਮਗਰੋਂ ਜਦੋਂ ਕਰਨਲ ਗੁਪਤਾ ਉੱਠਣ ਲੱਗਿਆ ਤਾਂ ਕੀਰਤਨ ਸ਼ੁਰੂ ਹੋ ਗਿਆ। ਜਦੋਂ ਉਹ ਜੋੜਾ ਘਰ ਤੋਂ ਜੁੱਤੀ ਪਾ ਕੇ ਤੁਰਨ ਲੱਗਿਆ ਤਾਂ ਇੱਕ ਸੇਵਾਦਾਰ ਆਇਆ ਤੇ ਕਿਹਾ ਕਿ ਗ੍ਰੰਥੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ। 2 ਕੁਰਸੀਆਂ ਆ ਗਈਆਂ। ਸੀਓ ਅਤੇ ਗ੍ਰੰਥੀ ਸਿੰਘ ਗੁਰਦੁਆਰੇ ਬਾਹਰ ਬੈਠ ਗਏ। ਪੰਜਾਬੀ ਵਿੱਚ ਗ੍ਰੰਥੀ ਬੋਲਿਆ ਵੀ ਸਾਹਿਬ ਜੀ, ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਆਖਰ ਤੁਸੀਂ ਆ ਹੀ ਗਏ। ਅਸੀਂ ਤੁਹਾਡੀ ਉਡੀਕ ਕਰ ਰਹੇ ਸਾਂ। ਮੈਨੂੰ ਉਡੀਕ ਰਹੇ ਸੀ? ਸੀਓ ਨੇ ਹੈਰਾਨੀ ਨਾਲ ਕਿਹਾ। ਮੈਨੂੰ ਕਿਉਂ ਉਡੀਕ ਰਹੇ ਸੀ? ਸੀਓ ਨੇ ਮੋੜਵਾਂ ਸਵਾਲ ਕੀਤਾ। ਸਾਹਿਬ ਜੀ, ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇੱਕ ਦਿਨ ਗੋਰਖਾ ਪਲਟਨ ਦੇ ਸੀਓ ਆਉਣਗੇ ਅਤੇ ਸਾਡੇ ਗੇਟ ਦਰਵਾਜ਼ੇ ਮੋੜ ਕੇ ਲਿਆਉਣਗੇ। ਕਰਨਲ ਗੁਪਤਾ ਇਸ ਗੁੰਝਲ ਵਿੱਚ ਫਸੇ ਨੇ ਕਿਹਾ ਵੀ ਗੇਟ ਕਿਹੜੇ ਦਰਵਾਜ਼ੇ? ਗ੍ਰੰਥੀ ਨੇ ਕਿਹਾ ਵੀ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ? ਸਾਡੇ ਗੁਰਦੁਆਰੇ ਦੇ ਗੇਟ ਗੁਰਦੁਆਰਾ ਰਤੋਕੇ ਦੇ ਦਰਵਾਜ਼ੇ। ਨਹੀਂ, ਮੈਨੂੰ ਕਿਸੇ ਨੇ ਨਹੀਂ ਦੱਸਿਆ। ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬਾਰੇ ਉਹ ਕਿੱਥੇ ਗਏ? ਇਹ ਵਾਰਤਾਲਾਪ ਗ੍ਰੰਥੀ ਲਈ ਹੱਦੋਂ ਬਾਹਰੀ ਸੀ। ਉਸਨੇ ਕਿਹਾ ਵੀ ਸਾਹਿਬ ਜੀ, ਇਹ ਇੱਕ ਲੰਬੀ ਕਹਾਣੀ ਹੈ। ਜੇਕਰ ਤੁਸੀਂ ਉਹ ਜਿਹਨੇ ਇਹ ਲਿਆਉਣੇ ਨੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੋਇਆ ਸੀ। ਕਿਰਪਾ ਕਰਕੇ ਸਾਡੇ ਨਾਲ ਗੁਰੂ ਕੇ ਲੰਗਰ ਛਕੋ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਹੋਇਆ। ਇਹ ਕਹਿ ਕੇ ਉਸਨੇ ਤਾੜੀ ਮਾਰੀ ਤੇ ਸੇਵਾਦਾਰ ਆ ਗਿਆ। ਸੀਓ ਸਾਹਿਬ ਦੇ ਡਰਾਈਵਰ ਨੂੰ ਅੰਦਰ ਬੁਲਾਓ ਅਤੇ ਉਸ ਨੂੰ ਖਾਣਾ ਦਿਓ। ਸਾਡੇ ਲਈ ਕੁਝ ਲੈ ਕੇ ਆਓ, ਕੱਲੀ ਦਾਲ ਅਤੇ ਗਰਮ-ਗਰਮ ਰੋਟੀਆਂ। ਸੀਓ ਨੇ ਘੜੀ ਵੱਲ ਵੇਖਿਆ ਤੇ ਮਹਿਸੂਸ ਕੀਤਾ ਕਿ ਉਸ ਨੂੰ ਰਤੋਕੇ ਦੇ ਗੇਟ ਦੀ ਕਹਾਣੀ ਸੁਣ ਲੈਣੀ ਚਾਹੀਦੀ ਹੈ, ਖਾਸ ਕਰਕੇ ਜਦੋਂ ਕਿ ਗੇਟ ਲਿਆਉਣ ਦਾ ਹੁਕਮ ਰੱਬੋਂ ਉਸ ਨੂੰ ਮਿਲਿਆ। ਉਸ ਸ਼ਾਮ ਹੋਰ ਕੋਈ ਜ਼ਰੂਰੀ ਕੰਮ ਨਹੀਂ ਸੀਗਾ। ਇਸ ਲਈ ਕਰਨਲ ਗੁਪਤਾ ਸੀਓ ਗੋਰਖਾ ਰਾਈਫਲਸ ਕਹਾਣੀ ਸੁਣਨ ਲਈ ਇੰਤਜ਼ਾਰ ਕਰਨ ਲੱਗ ਪਿਆ। ਗ੍ਰੰਥੀ ਨੇ ਹੁਣ ਫਿਰ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਕਹਿੰਦਾ ਵੀ ਸਾਹਿਬ, ਮੈਨੂੰ ਪੱਕੀ ਤਰੀਕ ਤਾਂ ਨਹੀਂ ਯਾਦ, ਪਰ 1965 ਦੀ ਜੰਗ ਤਕਰੀਬਨ ਦੂਜੇ ਹਫ਼ਤੇ ਸੇਜਰਾ ਪਿੰਡ ਦੇ ਲੋਕ, ਜਿਨ੍ਹਾਂ ਦੀ ਮਦਦ ਪਾਕਿਸਤਾਨੀ ਸਿਪਾਹੀ ਕਰ ਰਹੇ ਸਨ, ਬਾਰਡਰ ਟੱਪ ਕੇ ਆਏ ਤੇ ਸਾਡੇ ਪਿੰਡ ਅਤੇ ਗੁਰਦੁਆਰੇ ਤੇ ਰੇਡ ਛਾਪਾ ਮਾਰਿਆ ਉਹਨਾਂ ਨੇ। ਉਹਨਾਂ ਨੂੰ ਹੋਰ ਕੁਝ ਕੰਮ ਦਾ ਤਾਂ ਨਹੀਂ ਮਿਲਿਆ ਤਾਂ ਉਹ ਗੁਰਦੁਆਰੇ ਦਾ ਗੇਟ ਲੈ ਗਏ। ਅਸੀਂ ਮੁੜ ਨਵਾਂ ਗੇਟ ਲਵਾਉਣ ਦਾ ਫੈਸਲਾ ਲਿਆ, ਪਰ ਪਹਿਲੇ ਗ੍ਰੰਥੀ ਨੇ ਮਰਨ ਤੋਂ ਪਹਿਲਾਂ ਨਵਾਂ ਗੇਟ ਲਗਵਾਉਣ ਤੋਂ ਮਨਾ ਕਰ ਦਿੱਤਾ। ਉਸਨੇ ਕਿਹਾ ਸੀ ਕਿ ਅਸਲ ਗੇਟ ਮੁੜ ਕੇ ਆਉਣਗੇ ਤੇ ਉਹ ਗੋਰਖਾ ਪਲਟਨ ਦਾ ਸੀਓ ਲੈ ਕੇ ਆਵੇਗਾ ਅਤੇ ਅੱਜ ਤੁਸੀਂ ਇੱਥੇ ਹੋ। ਸਾਹਿਬ ਜੀ, ਪੁਰਾਣੇ ਗ੍ਰੰਥੀ ਦੇ ਦੱਸਣ ਅਨੁਸਾਰ ਤੁਸੀਂ ਅੱਜ ਪਹੁੰਚ ਗਏ ਹੋ। ਜੰਗ ਜਲਦੀ ਸ਼ੁਰੂ ਹੋ ਜਾਊਗੀ ਅਤੇ ਅਸੀਂ ਤੁਹਾਨੂੰ ਦਰਵਾਜ਼ੇ ਲੈ ਕੇ ਆਉਂਦਿਆਂ ਨੂੰ ਉਡੀਕਾਂਗੇ। ਲੈਫਟੀਨੈਂਟ ਕਰਨਲ ਸੁਰੇਸ਼ ਗੁਪਤਾ ਬਟਾਲੀਅਨ ਹੈੱਡਕੁਆਰਟਰ ਵੱਲੋਂ ਵਾਪਸ ਆਉਂਦਿਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਉਹ ਦੱਸੇ ਗਏ ਸੀਨ, ਜਿਸ ਵਿੱਚ ਸੈਜਰਾ ਪਿੰਡ ਵਾਸੀ ਪਾਕਿਸਤਾਨੀ ਫੌਜ ਦੀ ਮਦਦ ਨਾਲ ਆਏ, ਪਿੰਡ ਲੁੱਟਿਆ ਤੇ ਖਾਸ ਕਰ ਗੁਰਦੁਆਰਾ ਰਤੋਕੇ ਦੇ ਸਟੀਲ ਦੇ ਦਰਵਾਜ਼ੇ ਵੀ ਲਾ ਕੇ ਲੈ ਗਏ। ਸਾਰੀ ਕਹਾਣੀ ਸੁਣ ਕੇ ਉਹਨੇ ਸੋਚਿਆ ਵੀ ਜੇਕਰ ਉਹ ਗੇਟ ਲੈ ਆਵੇ ਤਾਂ ਕਿੰਨਾ ਚੰਗਾ ਹੋਵੇਗਾ, ਪਰ ਪਹਿਲਾਂ ਸੇਜਰਾ ਪਿੰਡ ਤੇ ਕਬਜ਼ਾ ਕਰਨਾ ਹੋਊ। ਪਾਕਿਸਤਾਨੀ ਹਰ ਰੋਜ਼ ਡਿਫੈਂਸ ਨੂੰ ਮਜ਼ਬੂਤ ਕਰਕੇ ਕੰਮ ਨੂੰ ਅਸੰਭਵ ਵਰਗਾ ਬਣਾ ਰਹੇ ਸਨ। ਦੁਸ਼ਮਣ ਨੂੰ ਸਾਡੇ ਹਮਲੇ ਦਾ ਪਤਾ ਲੱਗ ਚੁੱਕਾ ਹੈ। ਉਹਨੇ ਸੋਚਿਆ ਵੀ ਪਹਿਲਾਂ ਵਿਚਾਰੀ ਅਤੇ ਪ੍ਰਵਾਨਿਤ ਪਲਾਨ ਆਤਮ ਹੱਤਿਆ ਹੀ ਹੋਵੇਗੀ ਅਤੇ ਉਹ ਰੋਕਣਾ ਚਾਹੁੰਦਾ ਸੀ। ਨਕਾਰੀ ਗਈ ਪਹੁੰਚ ਅਪਰੋਚ ਸੇਜਰਾ ਦੇ ਪੱਛਮ ਪਾਸੇ ਤੋਂ ਸੀ। ਇਸ ਦੇ ਨਕਾਰੇ ਜਾਣ ਦਾ ਕਾਰਨ ਇੱਕ ਕੁਦਰਤੀ ਰੁਕਾਵਟ, ਦਰਿਆ 40 ਫੁੱਟ ਚੌੜਾ 8-9 ਫੁੱਟ ਡੂੰਘਾ ਸੀ, ਜਿਹੜਾ ਕਿ ਪਾਰ ਕਰਕੇ ਹੀ ਹਮਲਾ ਹੋ ਸਕਦਾ ਸੀ। ਪਰ ਪਾਣੀ ਦੀ ਡੂੰਘਾਈ ਤਾਂ ਮੀਂਹਾਂ ਮਗਰੋਂ ਦੀ ਸੀ ਅਤੇ ਹੁਣ ਦਸੰਬਰ ਚੜ੍ਹਨ ਵਾਲਾ ਸੀ। ਲੱਗਦਾ ਹੈ ਕਿ ਡੂੰਘਾਈ ਜ਼ਰੂਰ ਘਟ ਗਈ ਹੋਵੇਗੀ। ਉਸਨੇ ਪਤਾ ਕਰਨ ਦੀ ਸੋਚੀ। ਉਸਨੇ ਸਿਕੰਦਰ ਨੂੰ ਯਾਦ ਕੀਤਾ, ਜਿਸ ਨੇ ਦੁਸ਼ਮਣ ਫੋਰਸ ਨੂੰ ਹਾਈ ਡੌਬਸ ਦੀ ਲੜਾਈ ਵਿੱਚ ਹਮਲੇ ਦੀ ਅਸਲ ਜਗ੍ਹਾ ਬਾਰੇ ਧੋਖਾ ਦਿੱਤਾ ਸੀ। ਇਹ ਘਟਨਾ ਸਿਕੰਦਰ ਦੇ ਮਾਸਟਰਪੀਸਾਂ ਵਿੱਚ ਗਿਣੀ ਜਾਂਦੀ ਹੈ। ਸੀਓ ਨੇ ਇਤਿਹਾਸ ਤੋਂ ਸੇਧ ਲਈ ਸਿਕੰਦਰ ਨੇ ਦੁਸ਼ਮਣ ਨੂੰ ਧੋਖਾ ਅਤੇ ਸਰਪ੍ਰਾਈਜ਼ ਦੇਣ ਲਈ ਕੈਂਪ ਫਾਇਰ ਮੱਚਦੀ ਰੱਖੀ ਸੀ। ਕਰਨਲ ਨੇ ਵੀ ਪਾਕਿਸਤਾਨ ਨੂੰ ਪੂਰਬੀ ਪਹੁੰਚ ਤੇ ਯਕੀਨ ਕਰਵਾਉਣ ਦੀ ਸੋਚੀ, ਪਰ ਹਮਲਾ ਕਿਤੇ ਹੋਰ ਪਾਸਿਓਂ। ਗਸ਼ਤ ਪਾਰਟੀਆਂ ਨੂੰ ਨਦੀ ਪਾਰ ਕਰਨ ਦੀਆਂ ਥਾਵਾਂ ਅਤੇ ਡੂੰਘਾਈ ਬਾਰੇ ਪਤਾ ਕਰਨ ਲਈ ਕਿਹਾ ਉਹਨੇ। ਪਤਾ ਲੱਗਿਆ ਕਿ ਪਾਣੀ 4 ਤੋਂ 5 ਫੁੱਟ ਹੀ ਹੈ, ਪਰ ਗੋਰਖੇ ਤਾਂ ਆਪ ਖੁਦ 4-5 ਫੁੱਟ ਦੇ ਹੀ ਹੁੰਦੇ ਨੇ। ਉੱਤੇ ਸਮਾਨ, ਹਥਿਆਰ, ਗੋਲੀ ਸਿੱਕਾ, ਕੀ ਇਹ ਖਤਰਾ ਲਿਆ ਜਾ ਸਕਦਾ ਹੈ? ਉਸਨੇ ਸੋਚਿਆ। ਉਸਨੇ ਸਮੱਸਿਆ ਆਪਣੇ ਅਫਸਰਾਂ ਅਤੇ ਜੇਸੀਓ ਨਾਲ ਵਿਚਾਰੀ। ਉਹ ਸਾਰੇ ਸਹਿਮਤ ਸਨ ਕਿ ਪੂਰਬ ਵੱਲੋਂ ਹਮਲਾ ਆਤਮ ਹੱਤਿਆ ਹੋਊ ਅਤੇ ਦਰਿਆ ਵੱਲ ਦੀ ਪਹੁੰਚ ਦਰਖਤ, ਸਰਕੰਡਾ ਆਦਿ ਕਰਕੇ ਝਪਾਅ ਵਿੱਚ ਹੋਣ ਕਰਕੇ ਫਾਇਦੇ ਵਾਲੀ। ਫਿਰ ਸੀਓ ਨੇ ਫਿਕਰ ਬ੍ਰਿਗੇਡ ਕਮਾਂਡਰ ਨਾਲ ਸਾਂਝਾ ਕੀਤਾ ਤੇ ਬਦਲਵੀਂ ਪਲਾਨ ਦੱਸੀ ਉਹਨੂੰ। ਕਮਾਂਡਰ ਨੂੰ ਸੀਓ ਦੀ ਗੱਲ ਤਾਂ ਜਚੀ, ਪਰ ਕਈ ਹੋਰ ਗੱਲਾਂ ਵਿਚਾਰਨ ਵਾਲੀਆਂ ਸਨ ਅਤੇ ਪਾਕਿਸਤਾਨ ਵੱਲੋਂ ਹਮਲਾ ਕਦੇ ਵੀ ਹੋ ਸਕਦਾ ਸੀ ਅਤੇ ਵੱਟਵੀਂ ਪਲਾਨ ਵਿਚਾਰ ਕਰਨ ਲਈ ਵਕਤ ਨਹੀਂ ਸੀਗਾ।
ਇਹ ਵੀ ਨਹੀਂ ਸੀ ਪਤਾ ਕਿ ਉੱਪਰਲੇ ਹੈੱਡਕੁਆਟਰਸ ਇਸ ਬਾਰੇ ਕੀ ਕਹਿਣਗੇ। ਮਨਜ਼ੂਰੀ ਡਿਵੀਜ਼ਨ ਕੋਰ ਵਿੱਚ ਦੀ ਹੋ ਕੇ ਪੱਛਮੀ ਕਮਾਂਡ ਮੁਖੀ ਨੇ ਮਨਜ਼ੂਰੀ ਕਰਨੀ ਹੈ। ਸਾਡੇ ਇਮਦਾਦੀ ਦਸਤਿਆਂ ਦੀ ਸਕੀਮ ਵੀ ਬਦਲਣੀ ਪਊ। ਸੀਓ ਅਤੇ ਬ੍ਰਿਗੇਡ ਕਮਾਂਡਰ ਨੇ ਡਿਵੀਜ਼ਨ ਦੇ ਜੀਓਸੀ ਨਾਲ ਗੱਲ ਕੀਤੀ। ਮੇਜਰ ਜਨਰਲ ਫਰੀਮੈਂਟਲ ਜੀਓਸੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ। ਉਸਨੇ ਸੀਓ ਨੂੰ ਕਿਹਾ ਵੀ ਕੀ ਗੱਲ ਹੈ ਸੁਰੇਸ਼, ਐਨ ਆਖਰ ਮੌਕੇ ਤੇ ਸ਼ੱਕ ਕਿਉਂ, ਕੀ ਡਰ ਲੱਗਦਾ? ਕਰਨਲ ਗੁਪਤਾ ਸਤਿਕਾਰਤ ਭਾਸ਼ਾ ਵੀ ਨਹੀਂ ਸੀ ਤਿਆਗਣਾ ਚਾਹੁੰਦਾ, ਨਾਲ ਹੀ ਜਰਨਲ ਉਸ ਦੀ ਰੈਜੀਮੈਂਟ ਚੋਂ ਸੀ, ਇਸ ਲਈ ਉਹਨੇ ਇੰਨਾ ਹੀ ਕਿਹਾ ਵੀ ਸਰ ਇਸ ਸਾਰੇ ਇੱਕ ਨਿਸ਼ਾਨੇ ਲਈ ਕੰਮ ਕਰ ਰਹੇ ਹਾਂ, ਕਿਰਪਾ ਕਰਕੇ ਜੋ ਮੈਂ ਕਹਿ ਰਿਹਾ ਉਸ ਦਾ ਤਰਕ ਲੌਜਿਕ ਵੇਖੋ। ਇਹ ਸਮੱਸਿਆ ਮੇਰੀ ਪਲਟਨ ਨੇ ਨਹੀਂ ਖੜੀ ਕੀਤੀ, ਇਸ ਦਾ ਕਾਰਨ ਡਿਵੀਜ਼ਨ ਦੀਆਂ ਯੂਨਿਟਾਂ ਵੱਲੋਂ ਇਸ ਨੂੰ ਯਕੀਨੀ ਬਣਾਉਣ ਹਿੱਤ ਲਗਾਤਾਰ ਫਰੰਟ ਵੱਲੋਂ ਰੈਕੀ ਤੇ ਉਹ ਵੀ ਹਰ ਰੋਜ਼ ਕਿ ਹਮਲਾ ਕਿੱਥੋਂ ਅਤੇ ਕਿਵੇਂ ਹੋਣਾ ਹੈ ਉਸਨੇ ਸਾਹਮਣੇ ਲਿਆਂਦੀ ਹੈ। ਜੀਓਸੀ ਨੇ ਪੁੱਛਿਆ ਵੀ ਹੁਣ ਕੀ ਕੀਤਾ ਜਾਵੇ ਤਾਂ ਸੀਓ ਨੇ ਕਿਹਾ ਵੀ ਮੈਨੂੰ ਮੇਰੀ ਮਰਜ਼ੀ ਕਰ ਲੈਣ ਦਿਓ, ਪਹੁੰਚ ਤਾਂ ਦਰਿਆ ਦੀ ਚੌੜਾਈ ਤੇ ਡੂੰਘਾਈ ਕਾਰਨ ਪਹਿਲੇ ਨਕਾਰੀ ਜਾ ਚੁੱਕੀ ਹੈ। ਸੀਓ ਦਾ ਜਵਾਬ ਸੀ ਸਰ ਇਹ ਸਤੰਬਰ ਦੀ ਗੱਲ ਹੈ, ਮੌਨਸੂਨ ਤੋਂ ਇੱਕਦਮ ਮਗਰੋਂ ਮੈਂ ਰੈਕੀ ਕਰਵਾਈ ਹੈ, ਟੱਪਣ ਦੀ ਜਗ੍ਹਾ ਵੇਖ ਲਈ ਹੈ, ਇਸ ਵਿੱਚ ਪਾਣੀ ਬਾਰਿਸ਼ ਦਾ ਹੁੰਦਾ ਹੈ, ਹੁਣ ਨਵੰਬਰ ਮੁੱਕਣ ਵਾਲਾ ਹੈ, ਕੀ ਤੂੰ ਆਪਣੇ ਅਫਸਰਾਂ ਅਤੇ ਜੇਸੀਓ ਨਾਲ ਗੱਲ ਕਰ ਲਈ ਹੈ? ਯੈਸ ਸਰ, ਉਹ ਸਾਰੇ ਸਹਿਮਤ ਨੇ, ਸੀਓ ਨੇ ਜਵਾਬ ਦਿੱਤਾ। ਜਨਰਲ ਫਰੀਮੈਂਟਲ ਨੇ ਗੱਲ ਸਮਝ ਲਈ ਪਰ ਹਮਲਾ ਤਾਂ ਜਲਦੀ ਤੋਂ ਜਲਦੀ ਕਰਨਾ ਹੈ, ਉਸ ਲਈ ਨਵੇਂ ਸਿਰਿਓਂ ਪੂਰਾ ਪਲਾਨ, ਤੋਪਖਾਨਾ, ਟੈਂਕ ਆਦਿ। ਜੀਓਸੀ ਨੇ ਇੱਕਦਮ ਕਾਨਫਰੰਸ ਸੱਦ ਲਈ, ਸਮੱਸਿਆ ਦੱਸੀ ਗਈ, ਸਾਰੇ ਬਦਲਵੀਂ ਪਲਾਨ ਦੇ ਉਲਟ ਖੜੇ ਹੋ ਗਏ। ਇਹ ਕਿਵੇਂ ਹੋ ਸਕਦਾ ਹੈ? ਪਿਛਲੇ 2 ਮਹੀਨਿਆਂ ਦੀ ਮਿਹਨਤ ਕਰਕੇ ਬਣਾਈ ਪਲਾਨ ਹੁਣ ਕੂੜਾ ਹੋ ਜਾਊ। ਫਿਕਰ ਸਾਰਿਆਂ ਦੇ ਆਪੋ ਆਪਣੇ ਸਨ, ਕਈ ਇਸ ਕੰਮ ਨੂੰ ਕਰਨਲ ਗੁਪਤਾ ਨੂੰ ਦੇਣਾ ਹੀ ਗਲਤ ਸਮਝ ਰਹੇ ਸਨ, ਕਈਆਂ ਨੇ ਇਹ ਵੀ ਕਹਿ ਦਿੱਤਾ। ਜੀਓਸੀ ਨੇ ਕੋਰ ਕਮਾਂਡਰ ਨੂੰ ਵੀ ਦੱਸ ਦਿੱਤਾ, ਉਹ ਵੀ ਹੈਰਾਨ ਅਤੇ ਪੂਰੀ ਬਰੀਫਿੰਗ ਦੇਣ ਲਈ ਕਿਹਾ ਉਹਨਾਂ ਨੇ। ਹੁਣ ਬ੍ਰਿਗੇਡ ਕਮਾਂਡਰ ਕੋਰ ਕਮਾਂਡਰ ਨੂੰ ਨਿੱਜੀ ਤੌਰ ਤੇ ਮਿਲਿਆ ਤੇ ਬੇਨਤੀ ਕੀਤੀ ਕਿ ਇੱਕ ਵਾਰ ਸੀਓ ਨੂੰ ਜਲਦੀ ਤੋਂ ਜਲਦੀ ਸੁਣ ਲਓ। ਇਸ ਚਰਚਾ ਵਿੱਚ ਉਹੀ ਸੱਦੇ ਗਏ ਜਿਨ੍ਹਾਂ ਨੂੰ ਆਉਣਾ ਜ਼ਰੂਰੀ ਸੀ। ਫੌਜੀ ਭਾਸ਼ਾ ਵਿੱਚ ਨੀਡ ਟੂ ਨੋ ਦੇ ਆਧਾਰ ਤੇ ਸੈਂਡ ਮਾਡਲ ਇੱਕ ਕੋਰਟ ਰੂਮ ਜੱਜ ਦੀ ਅਦਾਲਤ ਲੱਗਦਾ ਸੀ। ਸਾਰੇ ਪੱਖ ਸੁਣਨ ਮਗਰੋਂ ਕੋਰ ਕਮਾਂਡਰ ਨੇ ਫੈਸਲਾ ਦੇਣਾ ਸੀ। ਗੱਲਬਾਤ ਦਾ ਆਗਾਜ਼ ਜਰਨਲ ਫਰੀਮੈਂਟਲ ਨੇ ਕੀਤਾ, ਜੋ ਹੋ ਚੁੱਕਿਆ ਸੀ ਦੱਸਿਆ ਤੇ ਹੁਣ ਕੀ ਕਰਨ ਬਾਰੇ ਸੋਚ ਵਿਚਾਰ ਲਈ ਪੱਖ ਪੇਸ਼ ਕਰਨ ਨੂੰ ਕਿਹਾ। ਸੀਓ ਨੇ ਆਪਣਾ ਪੱਖ ਸੰਖੇਪ ਵਿੱਚ ਪਰ ਅਸਰਦਾਰ ਢੰਗ ਨਾਲ ਸਾਹਮਣੇ ਰੱਖਿਆ, ਕਾਰਨ ਦੱਸੇ, ਨਫਾ ਨੁਕਸਾਨ ਦੱਸਿਆ ਤੇ ਆਪਣੀ ਤਜਵੀਜ਼ ਮਨਜ਼ੂਰੀ ਲਈ ਰੱਖੀ। ਫਿਰ ਦੂਜੇ ਪੱਖ ਨੇ ਬੇਕਿਰਕੀ ਨਾਲ ਸੀਓ ਗੋਰਖਾ ਦੀ ਪਲਾਨ ਠਕਰਾਈ, ਕਾਰਨ ਦੱਸੇ ਆਪਣੇ। ਪਹਿਲਾਂ ਮਨਜ਼ੂਰ ਪਲਾਨ ਦੇ ਨਫੇ ਦੱਸੇ, ਅਮਲ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਸੋਚ ਕੇ ਰੱਖੇ ਉਪਰਾਲੇ ਦੱਸੇ, ਉਸਦੇ ਸੁਝਾਅ ਤੇ ਟੈਂਕਾਂ ਵਾਲਿਆਂ ਆਦਿ ਨੂੰ ਆਪਣਾ ਪੱਖ ਰੱਖਣ ਨੂੰ ਕਿਹਾ। ਟੈਂਕ ਸਕਾਡਨ ਕਮਾਂਡਰ ਨੇ ਕਿਹਾ ਵੀ ਹਮਲਾਵਰ ਟਰੂਪਸ ਨੂੰ ਪਾਸੇ ਤੋਂ ਸਪੋਰਟਿੰਗ ਫਾਇਰ ਨਹੀਂ ਦਿੱਤਾ ਜਾ ਸਕਦਾ, ਜੋ ਕਿ ਪਹਿਲੀ ਪਲਾਨ ਵਿੱਚ ਸੰਭਵ ਹੈ, ਬਾਕੀ ਉਹ ਨਵੀਂ ਅਪਰੋਚ ਵੇਖ ਹੀ ਦੱਸ ਸਕਦਾ ਹੈ। ਇੰਜੀਨੀਅਰ ਕਮਾਂਡਰ ਨੇ ਕਿਹਾ ਵੀ ਉਹਨਾਂ ਦਾ ਕੰਮ ਤਾਂ ਹਮਲੇ ਤੋਂ ਮਗਰੋਂ ਇਲਾਕਾ ਕਬਜ਼ੇ ਮਗਰੋਂ ਸ਼ੁਰੂ ਹੁੰਦਾ ਹੈ, ਇਸ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਸਿਗਨਲਸ ਵੀ ਕਹਿੰਦੇ ਕਿ ਕੋਈ ਗੱਲ ਨਹੀਂ ਹੈਗੀ, ਉਹ ਬਦਲੀ ਕਰ ਸਕਦੇ ਨੇ, ਉਹਨਾਂ ਤਾਂ ਸਿਰਫ ਕਮਿਊਨੀਕੇਸ਼ਨ ਨੈਟਵਰਕ ਹੀ ਕਰਨਾ ਹੈ। ਇਸ ਤਰ੍ਹਾਂ ਹੋਰ ਪਾਰਟੀਆਂ ਵੀ ਐਡਜਸਟ ਕਰਨ ਨੂੰ ਤਿਆਰ ਸਨ। ਹੁਣ ਵਾਰੀ ਸੀ ਸੀਓ ਦੀ ਇੱਕ ਵਾਰ ਫੇਰ ਆਪਣੇ ਪਲਾਨ ਦੇ ਹੱਕ ਵਿੱਚ ਬੋਲਣ ਦੀ। ਚਾਹ ਦੀ ਬ੍ਰੇਕ ਹੋ ਗਈ। ਸੀਓ ਬੈਠਾ ਸੋਚਦਾ ਰਿਹਾ ਤੇ ਟੀ ਬ੍ਰੇਕ 'ਚ ਨਹੀਂ ਗਿਆ। ਜੀਓਸੀ ਨੇ ਅੰਦਰ ਆ ਕੇ ਪੁੱਛਿਆ ਵੀ ਸੁਰੇਸ਼ ਕੀ ਤੂੰ ਠੀਕ ਠਾਕ ਹੈ? ਹਾਂ ਸਰ, ਮੈਂ ਆਪਣੇ ਖਿਆਲਾਂ ਨੂੰ ਤਰਤੀਬ ਦੇ ਰਿਹਾ। ਐਨੇ ਵਿੱਚ ਕਰਨਲ ਸੁਰੇਸ਼ ਨੂੰ ਜਾਣਦਾ ਇੱਕ ਅਫਸਰ ਅੰਦਰ ਆਇਆ ਤੇ ਕਿਹਾ ਵੀ ਸੁਰੇਸ਼ ਕੀ ਤੈਨੂੰ ਪਤਾ ਹੈ ਕਿ ਜੇਕਰ ਹਮਲਾ ਤੇਰੀ ਅਖੀਰੀ ਲੰਬੇ ਤੇ ਬਦਲੀ ਪਲਾਨ ਕਰਕੇ ਫੇਲ ਹੋ ਗਿਆ ਤਾਂ ਮੋਟੇ ਤੌਰ ਤੇ ਤੇਰਾ ਕੋਰਟ ਮਾਰਸ਼ਲ ਹੋ ਜਾਊ। ਸੀਓ ਦਾ ਜਵਾਬ ਸੀ ਵੀ ਹਾਂ ਮੈਨੂੰ ਪਤਾ ਹੈ, ਪਰ ਤੈਨੂੰ ਵੀ ਪਤਾ ਹੋਊ ਕਿ ਲਾਸ਼ਾਂ ਤੇ ਕੋਰਟ ਮਾਰਸ਼ਲ ਨਹੀਂ ਹੁੰਦੇ। ਚਰਚਾ ਮੁੜ ਸ਼ੁਰੂ ਹੋਈ। ਲੈਫਟੀਨੈਂਟ ਸੁਰੇਸ਼ ਗੁਪਤਾ ਸੈਡ ਮਾਡਲ ਕੋਲ ਖੜਾ ਹੋਇਆ, ਲੰਬਾ ਸਾਹ ਲੈ ਕੇ ਸ਼ੁਰੂ ਹੋਇਆ ਤੇ ਕਿਹਾ ਵੀ ਮੈਂ ਮੇਰੇ ਤੇ ਕਸੇ ਗਏ ਕਮੈਂਟ ਜਿਵੇਂ ਕਿ ਕੋਲਡ ਫੀਟ, ਠੰਡੇ ਪੈਰ ਆਦਿ ਤੇ ਕੋਈ ਸਪਸ਼ਟੀਕਰਨ ਨਹੀਂ ਦਵਾਂਗਾ। ਐਨਾ ਹੀ ਕਹਾਂਗਾ ਕਿ ਇਹ ਜੁੱਤੀ ਪਾਉਣ ਵਾਲੇ ਤੇ ਨਿਰਭਰ ਹੁੰਦਾ ਹੈ। ਮੈਂ ਆਪਣੀ ਪਲਟਨ ਦਾ ਕਮਾਂਡਿੰਗ ਅਫਸਰ ਹਾਂ ਤੇ ਮੈਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਪਤਾ ਹੈ। ਸਾਡੀ ਕੋਰ, ਮੇਰੀ ਰੈਜੀਮੈਂਟ, ਮੇਰੇ ਜਵਾਨ ਅਤੇ ਮੇਰੇ ਖੁਦ ਦੇ ਵਕਾਰ ਦਾ ਸਾਰਾ ਦਾਰੋਮਦਾਰ ਇਸ ਹਮਲੇ ਤੇ ਹੈ। ਮੈਂ ਆਪਣੀ ਵਿਉਂਤ ਅਤੇ ਪਹਿਲ ਬੋਲ ਚੁੱਕੇ ਸੀਨੀਅਰਾਂ ਦੇ ਕਮੈਂਟ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਸੈਂਡ ਮਾਡਲ ਦੇ ਕੁਝ ਲੈਂਡ ਮਾਰਕਸ, ਜ਼ਮੀਨੀ ਨਿਸ਼ਾਨ ਦੱਸਦਾ ਤਾਂ ਕਿ ਤੁਸੀਂ ਪਲਾਨ ਨੂੰ ਸਮਝ ਸਕੋ। ਇਸ ਵਿੱਚ ਉਸਨੇ ਚਰਚਾ ਅਧੀਨ ਪਹੁੰਚ ਮਾਰਗਾ, ਕਬਜ਼ਾ ਕਰਨ ਵਾਲੀ ਜਗ੍ਹਾ ਅਤੇ ਪੱਛਮ ਵੱਲ ਚੱਲਦੇ ਦਰਿਆ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖਿਆ। ਫਿਰ ਉਸਨੇ ਇੱਕ ਗੱਲ ਨਖੇਰ ਕੇ ਪੇਸ਼ ਕੀਤੀ, ਜਿਸ ਵਿੱਚ ਉਸਨੇ ਹੋ ਚੁੱਕੀ ਹਰ ਰੋਜ਼ ਦੀ ਰੈਕੀ, ਸਾਰਿਆਂ ਵੱਲੋਂ ਉਸ ਵੱਲੋਂ ਪੇਸ਼ ਕੀਤੇ ਇਤਰਾਜ਼ ਪਾਸੇ ਰੱਖੇ ਗਏ ਕਿ ਦੁਸ਼ਮਣ ਨੂੰ ਭਿੜਕ ਪੈ ਗਈ ਹੈ ਅਤੇ ਉਸ ਵੱਲੋਂ ਕੀਤੀ ਜਾ ਰਹੀ ਤਿਆਰੀ ਆਦਿ ਵੇਰਵੇ ਦਿੱਤੇ ਅਤੇ ਇਹ ਵੀ ਕਿਹਾ ਕਿ ਇੱਧਰ ਕੋਈ ਛੁਪਾ ਕਵਰ ਨਹੀਂ ਹੈਗਾ, ਇਸ ਖੁੱਲੇ ਮੈਦਾਨ ਵਿੱਚ ਹੀ ਹਮਲਾ ਕਰਾਂਗੇ ਅਸੀਂ।
ਦੂਜੀ ਗੱਲ ਜੋ ਉਸਨੇ ਕਹੀ ਕਿ ਇੰਟੈਲੀਜੈਂਸ ਖਬਰ ਮੁਤਾਬਕ ਦੁਸ਼ਮਣ ਨੇ ਇਸ ਜਗ੍ਹਾ ਦੀ ਮਦਦ ਲਈ ਆਰਟਿਲਰੀ ਸਪੋਰਟ ਬਹੁਤ ਵਧਾ ਦਿੱਤੀ ਹੈ। ਸਾਡੀ ਆਰਟਿਲਰੀ ਬੰਕਰਾਂ ਦਾ ਕੀ ਕਰ ਲਊ ਤੇ ਉਸ ਦੀ ਖੁੱਲੇ ਵਿੱਚ ਆ ਰਹੇ ਅਟੈਕਰ ਦਾ ਕੀ ਹਸ਼ਰ ਕਰੂ, ਤੁਸੀਂ ਸੋਚ ਲਓ। ਤੀਜੀ, ਟੈਂਕਾਂ ਸਿਗਨਲਸ ਇੰਜੀਨੀਅਰਸ ਬਾਰੇ ਤੁਸੀਂ ਸੁਣ ਚੁੱਕੇ ਹੋ। ਰਹੀ ਗੱਲ ਆਰਟਿਲਰੀ ਸਪੋਰਟ ਦੀ, ਇਸ ਨੂੰ ਬਦਲਣ ਦੀ ਲੋੜ ਨਹੀਂ ਹੈਗੀ। ਦੁਸ਼ਮਣ ਨੂੰ ਯਕੀਨ ਰਹੂ ਕਿ ਹਮਲਾ ਫਰੰਟ ਤੋਂ ਹੀ ਆ ਰਿਹਾ ਹੈ ਅਤੇ ਉਹ ਆਪਣਾ ਐਮੂਨੇਸ਼ਨ ਬਰਬਾਦ ਕਰੂ। ਮੈਨੂੰ ਯਕੀਨ ਹੈ ਕਿ ਅਣਕਿਆਸੇ ਪਾਸੇ ਤੋਂ ਹਮਲਾ ਸਾਨੂੰ ਯਕੀਨਨ ਫਤਿਹ ਦਊਗਾ। ਮੇਰੇ ਦਿੱਤੇ ਕਾਰਨਾਂ ਦੇ ਆਧਾਰ ਤੇ ਕਹਿ ਸਕਦਾ ਕਿ ਜੇਕਰ ਮੈਂ ਅਸਲ ਪਲਾਨ ਤੇ ਚੱਲਦਾ ਤਾਂ ਕਾਮਯਾਬੀ ਦਾ ਕੋਈ ਚਾਂਸ ਨਹੀਂ ਹੈਗਾ। ਤੁਹਾਨੂੰ ਇੱਕ ਫੇਲ ਹੋਇਆ ਹਮਲਾ ਮੇਰੇ ਜਵਾਨਾਂ ਤੇ ਮੇਰੀਆਂ ਲਾਸ਼ਾਂ ਹੀ ਮਿਲਣਗੀਆਂ। ਜੇਕਰ ਤੁਸੀਂ ਮੈਨੂੰ ਮੇਰੇ ਪਲਾਨ ਅਨੁਸਾਰ ਕਰਨ ਦਓਗੇ ਤਾਂ ਮੈਂ ਫਾਰਮੇਸ਼ਨ ਕਮਾਂਡਰਾਂ ਨੂੰ ਮੇਰੇ ਨਾਲ ਆਬਜੈਕਟਿਵ ਤੇ 11 ਵਜੇ ਬ੍ਰੇਕਫਾਸਟ ਕਰਨ ਦਾ ਸੱਦਾ ਦਿੰਨਾ। ਇਸ ਨਾਲ ਰੱਤੋਗੇ ਪਿੰਡ ਦੇ ਗੁਰਦੁਆਰੇ ਦੇ ਗੇਟ ਦਾ ਮਾਮਲਾ ਵੀ ਹੈ ਤੇ ਉਹ ਗੇਟ ਲੈ ਕੇ ਆਉਣੇ ਨੇ। ਜੀਓਸੀ ਨੇ ਪੁੱਛਿਆ ਵੀ ਤੂੰ ਆਖਰ ਵਿੱਚ ਕੀ ਕਿਹਾ? ਸੀਓ ਦਾ ਜਵਾਬ ਸੀ ਵੀ ਕੁਝ ਨਹੀਂ ਸਰ। ਉੱਪਰਲੀ ਚਰਚਾ ਮਗਰੋਂ ਵਾਰੀ ਸੀ ਜੀਓਸੀ ਦੀ ਹੁਣ। ਸੋ ਉਸਨੇ ਉਪਚਾਰਕ ਤਰੀਕੇ ਨਾਲ 4 ਅੱਖਰ ਕਹਿ ਦਿੱਤੇ। ਹਾਂ, ਉਸਨੇ ਇਹ ਜ਼ਰੂਰ ਕਿਹਾ ਕਿ ਸੀਓ ਨੇ ਨਵੀਂ ਅਤੇ ਪੁਰਾਣੀ ਪਲਾਨ ਨੂੰ ਬਹੁਤ ਸੋਹਣੇ ਢੰਗ ਨਾਲ ਮਿਲਾ ਦਿੱਤਾ ਹੈ। ਫਿਰ ਵਾਰੀ ਕੋਰ ਕਮਾਂਡਰ ਦੀ ਸੀ। ਉਹਨੇ ਕਿਹਾ ਵੀ ਜੈਂਟਲਮੈਨ, ਮੈਨੂੰ ਆਖਰੀ ਮਿੰਟ ਤੇ ਬਦਲੀ ਕਰਨਾ ਚੰਗਾ ਨਹੀਂ ਲੱਗਦਾ, ਪਰ ਮੈਂ ਕਮਾਂਡਿੰਗ ਅਫਸਰ ਦੀ ਸੋਚ ਦੀ ਲਾਈਨ ਮੰਨਦਾ, ਪਰ ਉਸ ਨੂੰ ਆਪਣੀ ਪਲਾਨ ਨੂੰ ਅਮਲੀ ਜਾਮਾ ਪਹਿਨਾਉਣਾ ਪਊ। ਮੈਨੂੰ ਯਕੀਨ ਹੈ ਕਿ ਸੀਓ ਕੋਰ ਭਾਰਤੀ ਫੌਜ ਅਤੇ ਰੈਜੀਮੈਂਟ ਦਾ ਨਾਂ ਅਤੇ ਇਸ ਦੇ ਜਵਾਨਾਂ ਦਾ ਵਕਾਰ ਹੁਣ ਸੀਓ ਦੇ ਮੋਢਿਆਂ ਤੇ ਹੈ। ਮੈਂ ਕਿਸੇ ਵੀ ਹਾਲਤ ਵਿੱਚ ਅਸਫਲਤਾ ਨਹੀਂ ਮੰਨਾਂਗਾ। ਮੇਰੇ ਵੱਲੋਂ ਬੈਸਟ ਆਫ ਲੱਕ। ਸੀਓ ਨੇ ਸੁਖ ਦਾ ਲੰਬਾ ਸਾਹ ਲਿਆ। ਗੁਰਦੁਆਰੇ ਦਾ ਗ੍ਰੰਥੀ ਵੀ ਗੋਰਖਿਆਂ ਦੀ ਫਤਿਹ ਲਈ ਅਰਦਾਸ ਕਰ ਰਿਹਾ ਸੀ। 7 ਦਿਨ ਇਹ ਅਰਦਾਸ ਕੀਤੀ ਜਾਂਦੀ ਰਹੀ। 1 ਬਟਾਲੀਅਨ 5 ਗੋਰਖਾ ਰਾਈਫਲਸ 7 ਵਜੇ ਹਮਲੇ ਲਈ ਚੱਲੀ। ਗੋਰਖਿਆਂ ਨੇ ਸੇਜਰਾ ਪਲਾਨ ਕੀਤੇ ਵਕਤ ਤੋਂ ਪਹਿਲਾਂ ਹੀ ਕਬਜ਼ੇ ਹੇਠ ਲੈ ਲਿਆ। ਬਹੁਤ ਸਾਰਾ ਅਸਲਾ, ਗੋਲੀ ਸਿੱਕਾ, 2 ਐਂਟੀ ਟੈਂਕ ਗੰਨਾਂ, 6 ਮਾਰਟਾਰ, ਬੇਗਿਣਤ ਮੀਡੀਅਮ ਅਤੇ ਲਾਈਟ ਮਸ਼ੀਨ ਗੰਨਾਂ, ਬੇਇੰਤਹਾ ਛੋਟੇ ਹਥਿਆਰਾਂ ਦਾ ਐਮੂਨੀਸ਼ਨ ਉਸਨੇ ਸਾਡੇ 3 ਵੱਡੇ ਟਰੱਕ ਭਰ ਦਿੱਤੇ। ਜਨਰਲ ਕਾਰਡੋਜ਼ੋ ਦੀ ਲਿਖਤ ਮੁਤਾਬਕ ਅਮਰੀਕਨ ਮੈਗਜ਼ੀਨ ਨਿਊਜ਼ ਵੀਕ ਨੇ ਇੱਕ ਆਰਟੀਕਲ ਫੋਟੋ ਸਮੇਤ ਛਾਪਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਦੁਸ਼ਮਣ ਕਮਾਂਡਰ ਆਪਣੀ ਪੈਂਟ ਵੀ ਪਿੱਛੇ ਛੱਡ ਗਿਆ। ਕੋਰ ਕਮਾਂਡਰ, ਡਿਵੀਜ਼ਨਲ ਕਮਾਂਡਰ ਅਤੇ ਬ੍ਰਿਗੇਡ ਕਮਾਂਡਰ ਨੇ ਹਮਲੇ ਦੇ ਦਿਨ ਠੀਕ 11 ਵਜੇ ਸੇਜਰਾ ਵਿੱਚ ਮੱਗਾ ਵਿੱਚ ਚਾਹ ਪੀਤੀ। ਇਹ ਵੀ ਦੱਸਿਆ ਮਿਲਦਾ ਹੈ ਕਿ ਹਮਲੇ ਵਾਲੀ ਰਾਤ ਜਰਨਲ ਫਰੀਮੈਂਟਲ ਅਤੇ ਬ੍ਰਿਗੇਡ ਕਮਾਂਡਰ ਅਸੈਂਬਲੀ ਏਰੀਏ ਦੇ ਪਿੱਛੇ ਹਮਲਾ ਵੇਖ ਰਹੇ ਸਨ ਅਤੇ ਉਹਨਾਂ ਨੇ ਗੋਰਖਿਆਂ ਦਾ ਜੰਗੀ ਨਾਰਾ ਆਇਓ ਗੋਰ ਖਾਲੀ ਵੀ ਸੁਣਿਆ ਸੀ। 3 ਵਜੇ ਸਵੇਰੇ ਬਟਾਲੀਅਨ ਨੇ ਸੇਜਰਾ ਤੇ ਕਬਜ਼ਾ ਕਰ ਦਿਆ ਸੀ। ਪਲਟਨ ਦਾ ਇੱਕ ਜੀਸੀਓ ਤੇ 8 ਜਵਾਨ ਮਾਰੇ ਗਏ ਅਤੇ 23 ਜ਼ਖਮੀ ਹੋਏ ਸਨ। ਪਲਟਨ ਨੂੰ ਬੈਟਲ ਸਨਮਾਨ ਸੇਜਰਾ ਅਤੇ ਥੀਏਟਰ ਸਨਮਾਨ ਪੰਜਾਬ 1971 ਦਿੱਤੇ ਗਏ ਸਨ। ਪਲਟਨ ਨੂੰ 4 ਵੀਰ ਚੱਕਰ ਅਤੇ 5 ਸੈਨਾ ਮੈਡਲ ਐਲਾਨੇ ਗਏ। ਕੋਰ ਜ਼ੋਨ ਵਿੱਚ ਵਧੀਆ ਕਾਰਗੁਜ਼ਾਰੀ ਲਈ ਚਾਂਦੀ ਦਾ ਕੱਪ ਪ੍ਰਦਾਨ ਕੀਤਾ ਗਿਆ। ਕਰਨਲ ਸੁਰੇਸ਼ ਨੂੰ ਵੀਰ ਚੱਕਰ ਐਲਾਨਿਆ ਗਿਆ। ਲੈਫਟੀਨੈਂਟ ਕਰਨਲ ਸੁਰੇਸ਼ ਗੁਪਤਾ ਅਤੇ ਪਲਟਨ ਦੇ ਸਾਰੇ ਜਵਾਨਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਰੱਤੋਗੇ ਦੇ ਗੁਰਦੁਆਰੇ ਦੇ ਗੇਟ ਲੈ ਆਏ ਅਤੇ ਗੁਰਦੁਆਰੇ ਭੇਟ ਕਰ ਦਿੱਤੇ ਗਏ ਸਨ। ਗ੍ਰੰਥੀ ਦਾ ਕਿਹਾ ਸੱਚ ਹੋਇਆ ਸੀ। ਲੜਾਈ ਮਗਰੋਂ ਪਲਟਨ ਦਾ ਸੀਓ, ਜੇਸੀਓਜ਼ ਅਤੇ ਕੁਝ ਜਵਾਨ ਗੁਰਦੁਆਰਾ ਰੱਤੋਗੇ ਵਿਖੇ ਸੱਦ ਕੇ ਸਨਮਾਨੇ ਗਏ। ਪਾਠ ਦਾ ਭੋਗ ਪਾਇਆ ਤੇ ਲੰਗਰ ਲਾਏ ਗਏ ਸਨ। ਬਹੁਤ ਸਾਲ ਬਾਅਦ ਤੱਕ ਇਸ ਤੱਥ ਦਾ ਜ਼ਿਕਰ ਹੁੰਦਾ ਰਿਹਾ ਤੇ ਅਰਦਾਸ ਵਿੱਚ ਜ਼ਿਕਰ ਆਉਂਦਾ ਰਿਹਾ। ਲੇਖਕ ਨੇ ਇਹ ਗੱਲ 86-87 ਵਿੱਚ ਜਦੋਂ ਉਹ ਲਗਭਗ 1 ਸਾਲ ਇਸ ਇਲਾਕੇ ਵਿੱਚ ਤੈਨਾਤ ਸੀ ਉਦੋਂ ਸੁਣੀ ਸੀ, ਪਰ ਜ਼ਿਆਦਾ ਤਫਸੀਲ ਨਹੀਂ ਸੀ ਮਿਲੀ ਇਸ ਗੱਲ ਦੀ। ਸੋ ਦੋਸਤੋ, ਇਹ ਸੀ ਸਾਰੀ ਵਾਰਤਾ ਜਦੋਂ ਰੱਤੋਗੇ ਗੁਰਦੁਆਰਾ ਸਾਹਿਬ ਦੇ ਗੇਟ ਨੇ ਜਿਹੜੇ 1965 ਵਿੱਚ ਪਾਕਿਸਤਾਨੀ ਫੌਜ ਪੱਟ ਕੇ ਲੈ ਗਈ ਸੀ ਤੇ 1971 ਦੀ ਜੰਗ ਵਿੱਚ ਉਹ ਦਰਵਾਜ਼ੇ ਫੇਰ ਵਾਪਸ ਲੈ ਕੇ ਆਏ ਸੀ। ਸੋ ਹੁਣ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।